आओ सुनिए ਵਰਿਆਮ ਸਿੰਘ ਸੰਧੂ ਜੀ ਦੀ ਬਹੁਤ ਖੂਬਸੂਰਤ ਕਹਾਣੀ ਆਪਣਾ ਆਪਣਾ ਹਿੱਸਾ। ਮੱਝ ਨੂੰ ਬਾਹਰ ਕੱਢ ਕੇ ਖੁਰਲੀ ਵਿੱਚ ਤੂੜੀ ਦਾ ਛਟਾਲਾ ਰਲਾਉਂਦਿਆਂ ਘੁੱਦੂ ਨੇ ਮੱਝ ਦੀਆਂ ਨਾਸਾਂ ਵਿੱਚੋਂ ਉੱਡਦੀ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ। ਫਿਰ ਮੱਝ ਦੇ ਪਿੰਡੇ ਤੇ ਪਾਈ ਗੋਹੇ ਨਾਲ ਲਿਬੜੀ ਪਾਟੀ ਦਰੀ ਨੂੰ ਸੋਧ ਕੀਤਾ ਤੇ ਪਾਲੇ ਨਾਲ ਕੰਬਦੇ ਅੰਗਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਧੁੰਦ ਵਿੱਚੋਂ ਦੂਰ ਚੜ੍ਹਦੇ ਸੂਰਜ ਵੱਲ ਵੇਖਣ ਲੱਗਾ। ਪਰ ਧੁੰਦ ਤਾਂ ਸੂਰਜ ਨੂੰ ਇੰਜ ਨੱਪ ਕੇ ਬੈਠੀ ਸੀ ਜਿਵੇਂ ਕੋਈ ਤਕੜਾ ਭਲਵਾਨ ਮਾੜੇ ਭਲਵਾਨ ਦੀ ਗਿੱਚੀ ਤੇ ਗੋਡਾ ਦਿੱਤੀ ਬੈਠਾ ਹੋਵੇ। ਘੁੱਦੂ ਦਾ ਹੱਥ ਸਹਿਜੇ ਹੀ ਉਸਦੀ ਧੌਣ ਤੇ ਚਲਾ ਗਿਆ। ਕਈ ਸਾਲ ਪਹਿਲਾਂ ਭਲਵਾਨੀ ਕਰਦਿਆਂ ਉਸਨੇ ਆਪਣੇ ਉਸਤਾਦ ਜਿੰਦੇ ਪੱਧਰੀ ਵਾਲੇ ਦੇ ਅਤੇ ਹੋਰ ਭਲਵਾਨਾਂ ਦੇ ਗੋਡਿਆਂ ਦੀ ਮਾਰ ਜ਼ੋਰ ਕਰਦਿਆਂ ਤੇ ਘੁਲਦਿਆਂ ਝੱਲੀ ਸੀ। ਉਂਝ ਵੀ ਉਸਦੀ ਵਿਸ਼ੇਸ਼ਤਾ ਢਾਹੁਣ ਨਾਲੋਂ ਢਹਿਣ ਵਿੱਚ ਸੀ। ਇਸੇ ਲਈ ਹੀ ਤਾਂ ਉਹਨਾਂ ਦੇ ਪਿੰਡ ਦੇ ਬਾਬੇ ਝਰਲ ਨੇ ਉਹਨੂੰ ਮਖੌਲ ਨਾਲ ਕਿਹਾ ਸੀ, ਓਏ ਧਰਮਿਆ, ਕਿੱਡਾ ਤੇਰਾ ਸਰੀਰ ਆ ਤੇ ਰੋਜ਼ ਢਹਿਣ ਦਾ ਹੀ ਕੰਮ ਫੜਨਾ ਸੀ ਤਾਂ ਇਦੂ ਚੰਗਾ ਸੀ ਕੰਜਰਾ, ਤੇਰੇ ਸਰੀਰ 'ਚੋਂ ਮੋਛੇ ਕਰਕੇ 2 ਬੰਦੇ ਬਣ ਜਾਂਦੇ, ਇੱਕ ਹਲ ਵਾਇਆ ਕਰਦਾ ਤੇ ਇੱਕ ਪੱਠੇ ਪਾਉਂਦਾ। ਰੱਬ ਵੀ ਸਹੁਰੇ ਨੂੰ ਟਕੇ ਦੀ ਅਕਲ ਨਹੀਂ। ਤੇ ਸਾਰੇ ਭਰਾਵਾਂ 'ਚੋਂ ਛੋਟਾ ਧਰਮ ਘੁੱਦੂ ਹੀ ਰਹਿ ਗਿਆ ਸੀ। ਹੁਣ ਉਹ ਨਾ ਭਲਵਾਨ ਸੀ ਤੇ ਨਾ ਹੀ ਧੌਣ ਤੇ ਕਿਸੇ ਗੋਡੇ ਦਾ ਡਰ, ਪਰ ਫਿਰ ਵੀ ਉਹਨੂੰ ਲੱਗਾ ਉਹਦੀ ਧੌਣ ਜਿਵੇਂ ਪੀੜ ਕਰਦੀ ਹੋਵੇ। ਉਸਦੀ ਧੌਣ ਤੇ ਇਹ ਕਿਸ ਦਾ ਗੋਡਾ ਸੀ? ਮੱਝ ਚੋਣ ਲਈ ਭਾੜਾ ਤੇ ਬਾਲਟੀ ਲਈ ਆਉਂਦੀ ਭੈਣ ਬਚਨੋਂ, ਜਿਹੜੀ ਮਾਂ ਦੇ ਮਰਨ ਤੇ ਜਿਸ ਦਿਨ ਦੀ ਸਹੁਰਿਓਂ ਆਈ ਸੀ, ਇੱਥੇ ਹੀ ਸੀ। ਘੁੱਦੂ ਨੂੰ ਬਾਲਟੀ ਫੜਾ ਕੇ ਪੱਠਿਆਂ ਤੇ ਆਟਾ ਧੂੜ ਲੱਗੀ। ਘੁੱਦੂ ਮੱਝ ਦੇ ਪਿੰਡੇ ਤੇ ਥਾਪੀ ਮਾਰ ਕੇ ਹੇਠਾਂ ਬਹਿ ਗਿਆ। ਹੈਂ ਵੀਰਾ, ਵੇਖੇ ਨਾ, ਦੋਵੇਂ ਵੱਡੇ ਭਾਊ ਆਉਣ ਹੀ ਵਾਲੇ ਨੇ। ਵੱਡਾ ਭਾਊ ਰਾਤ ਦਾ ਕਰਮਸੂੰ ਕੋਲ ਅੱਡੇ ਤੇ ਆ ਗਿਆ ਹੋਣਾ। ਵੇਖੇ ਨਾ, ਤੂੰ ਜਿਹੜਾ ਹਿਸਾਬ ਕਿਤਾਬ ਬਣਦਾ ਉਹਨਾਂ ਨਾਲ ਨਿਬੇੜ ਲੈ। ਵੇਖੇ ਨਾ, ਮਾਂ ਦਾ ਇਕੱਠ ਵੀ ਕਰਨਾ ਹੋਇਆ, ਉਹਦੇ ਫੁੱਲ ਵੀ ਹਰਿਦੁਆਰ ਲੈ ਕੇ ਜਾਣੇ ਆ। ਸਿਆਣਿਆਂ ਆਖਿਆ ਲੇਖਾ ਮਾਵਾਂ ਧੀਆਂ ਦਾ। ਵੇਖੇ ਨਾ। ਘੁੱਦੂ ਨੂੰ ਬੜੀ ਖਿਝ ਆਈ। ਇਹ ਆ ਗਈ ਵੱਡੀ ਬੇਬੇ ਮੈਨੂੰ ਮੱਤਾਂ ਦੇਣ ਵਾਲੀ। ਉਹ ਆਪ ਤੋਂ ਛੋਟੀ ਬਚਨੋਂ ਬਾਰੇ ਸੋਚਦਾ ਜ਼ਹਿਰੀ ਥੁੱਕ ਅੰਦਰ ਲੰਘਾ ਗਿਆ। ਕੱਲ ਦੀ ਭੂਤਨੀ ਬਚਨੋਂ ਬੋਲੀ ਆ ਰਹੀ ਸੀ। ਵੇਖੇ ਨਾ, ਮੈਨੂੰ ਪਤਾ ਤੇਰਾ ਹੱਥ ਤੰਗ ਆ, ਪਰ ਇਹ ਕੰਮ ਵੀ ਅਕਸਰ ਕਰਨੇ ਹੋਏ। ਮੈਂ ਤਾਂ ਵੱਡਿਆਂ ਨੂੰ ਵੀ ਆਖਿਆ ਸੀ, ਤੁਹਾਡਾ ਸਰਦਾ ਹੈ, ਤੁਹਾਡਾ ਹੱਥ ਖੁੱਲ੍ਹਾ ਹੈ, ਕੋਈ ਨਹੀਂ। ਉਹ ਅੱਗੋਂ ਆਂਦਾ ਏ, ਅਸੀਂ ਖਾਣ ਲਈ ਦਾਣੇ ਹੀ ਖੜਦੇ ਹਾਂ, ਜ਼ਮੀਨ ਵੀ ਇਹ ਮੁਫਤ 'ਚ ਵਾਹੀ ਜਾਂਦਾ ਹੈ। ਵੇਖੇ ਨਾ, ਸਾਰੇ ਤੇਰੇ ਭਾਈਏ ਅਰਗੇ ਕਿਵੇਂ ਹੋ ਜਾਣ। ਸਾਰੇ ਮੁਲਕ ਤੇ ਭੈਣਾਂ ਆਪਣਾ ਹਿੱਸਾ ਲਈ ਜਾਂਦੀਆਂ, ਪਰ ਉਹਨੇ ਕਦੀ ਇੱਕ ਵਾਰ ਵੀ ਨਹੀਂ ਆਖਿਆ। ਘੁੱਦੂ ਜਿਵੇਂ ਗਲ ਵਿੱਚ ਡੱਕਾ ਦਿੱਤੀ ਬੈਠਾ ਸੀ, ਚੀਖ ਹੀ ਪਿਆ, ਉਹ ਤੂੰ ਵੀ ਲੈ ਜਾ ਤੇ ਉਹ ਵੀ ਲੈ ਜਾਣ। ਜ਼ਮੀਨ ਸੌਰੀ ਨੇ ਬੜਾ ਮੈਨੂੰ ਕਾਰੂ ਪਾਤਸ਼ਾਹ ਬਣਾਤਾ। ਉੱਚੀ ਚੀਕਣੀ ਆਵਾਜ਼ ਸੁਣ ਕੇ ਜ਼ੋਰ ਨਾਲ ਥਣ ਨੱਪਿਆ ਜਾਣ ਕਰਕੇ ਮੱਝ ਭੁੜਕ ਪਈ। ਘੁੱਦੂ ਡਿੱਗ ਪਿਆ। ਬਚਾਉਂਦਿਆਂ ਵੀ ਥੋੜਾ ਕੁ ਦੁੱਧ ਡੁੱਲ ਹੀ ਗਿਆ। ਉਸ ਉੱਠ ਕੇ ਫੌੜਾ ਚੁੱਕ ਲਿਆ ਤੇ ਮੱਝ ਤੇ ਕਾੜ ਕਾੜ ਵਰ ਪਿਆ। ਵੇਖੇ ਨਾ, ਸਿੱਧਿਆਂ ਨੂੰ ਪੁੱਠਾ ਆਉਂਦਾ। ਬੁੜਬੁੜਾਉਂਦੀ ਬਚਨੋਂ ਫੂੰ ਫੂੰ ਕਰਦੀ ਬਾਲਟੀ ਫੜ ਕੇ ਤੁਰ ਗਈ। ਇਹਨੇ ਬੇਜ਼ਬਾਨ ਨੇ ਤੇਰਾ ਕੀ ਵਿਗਾੜਿਆ? ਚੌਂਕੇ 'ਚੋਂ ਉੱਠ ਕੇ ਘੁੱਦੂ ਦੀ ਪਤਨੀ ਰਤਨੀ ਚੀਕੀ। ਹੋਰਨਾਂ ਦਾ ਸਾੜ ਵਿਚਾਰੇ ਪਸ਼ੂ ਤੇ ਕਿਉਂ ਕੱਢਦਾ ਫਿਰਦਾ? ਮੱਝ ਡਰ ਕੇ ਖੁਰਲੀ ਦੇ ਇੱਕ ਬੰਨੇ ਕੰਨ ਖੜੇ ਕਰਕੇ ਡੈਂਬਰੀਆਂ ਅੱਖਾਂ ਨਾਲ ਖਿਮਾ ਯਾਚਨਾ ਦੀ ਮੁਦਰਾ ਵਿੱਚ ਖੜੀ ਕੰਬੀ ਜਾ ਰਹੀ ਸੀ। ਦੂਰੋਂ ਮੋਟਰਸਾਈਕਲ ਦੀ ਆਵਾਜ਼ ਸੁਣਾਈ ਦਿੱਤੀ।
ਕੁੱਦੂ ਡੰਗਰਾਂ ਦੀਆਂ ਖੁਰਲੀਆਂ ਵਿੱਚ ਐਵੇਂ ਹੱਥ ਮਾਰਨ ਲੱਗ ਪਿਆ। ਕੁੱਤਿਆਂ ਦੇ ਭੌਂਕਣ ਦੇ ਨਾਲ ਨਾਲ ਆਵਾਜ਼ ਨੇੜੇ ਆਉਂਦੀ ਗਈ ਤੇ ਥੋੜ੍ਹੀ ਦੇਰ ਬਾਅਦ ਮੋਟਰਸਾਈਕਲ ਉਹਨਾਂ ਦੇ ਦਰਵਾਜ਼ੇ ਅੱਗੇ ਆ ਖੜੋਤਾ। ਰਤਨੀ ਨੇ ਸਿਰ 'ਤੇ ਪੱਲਾ ਲੈਂਦਿਆਂ ਡਿਓਢੀ ਦਾ ਦਰਵਾਜ਼ਾ ਖੋਲ੍ਹਿਆ। ਉਹਦੇ ਦੋਵੇਂ ਜੇਠ ਸਵਰਨ ਸਿੰਘ ਤੇ ਕਰਮ ਸਿੰਘ ਸਨ। ਉਹਨਾਂ ਮੋਟਰਸਾਈਕਲ ਡਿਓਢੀ ਵਿੱਚੋਂ ਲੰਘਾ ਕੇ ਕੱਚੇ ਵਿਹੜੇ ਵਿੱਚ ਖੜਾ ਕਰ ਦਿੱਤਾ। ਵੱਡੇ ਸਵਰਨ ਸਿੰਘ ਨੇ ਆਪਣੀਆਂ ਅੱਖਾਂ ਤੋਂ ਐਨਕਾਂ ਲਾਈਆਂ, ਰੁਮਾਲ ਨਾਲ ਉਹਨਾਂ ਨੂੰ ਸਾਫ਼ ਕੀਤਾ ਤੇ ਫਿਰ ਦਸਤਾਨੇ ਪਹਿਨੇ ਹੱਥਾਂ ਨਾਲ ਓਵਰਕੋਟ ਤੋਂ ਸਿੱਲ ਨੂੰ ਪੂੰਝਦਾ ਡਿਓਢੀ ਵਿੱਚ ਪਏ ਆਪਣੇ ਪਿਓ ਬਿਸ਼ਨ ਸਿੰਘ ਦੇ ਬਿਸਤਰੇ ਵੱਲ ਵਧਿਆ। ਛੋਟੇ ਕਰਮ ਸਿੰਘ ਨੇ ਲੋਈ ਦੀ ਬੁੱਕਲ ਤੇ ਤਿੱਲੇ ਵਾਲੀ ਜੁੱਤੇ ਦੇ ਹੇਠਾਂ ਲੱਗਾ ਗੋਹਾ ਉਤਾਰਨ ਲਈ ਪੈਰ ਨੂੰ ਚੌਂਤਰੇ ਦੇ ਵੱਟ ਨਾਲ ਘਸਾਉਂਦਿਆਂ ਬਚਨੋ ਵੱਲ ਮੂੰਹ ਕੀਤਾ। ਕੁੱਦੂ ਕਿੱਥੇ ਆ? ਬਚਨੋ ਨੇ ਬੁੱਕਲ ਵਿੱਚੋਂ ਬਾਂਹ ਕੱਢ ਕੇ ਡੰਗਰਾਂ ਵੱਲ ਕੀਤੀ, ਜਿੱਥੇ ਮੋਟਰਸਾਈਕਲ ਦੇ ਖੜਾਕ ਨਾਲ ਕਿੱਲਾ ਪੁਟਾ ਗਏ ਵੈਕੜੇ ਨੂੰ ਕੁੱਦੂ ਫੜ ਰਿਹਾ ਸੀ। ਉਹ ਆ ਭਈ ਭਲਵਾਨਾ, ਰਤਾ ਮਸ਼ਵਰਾ ਕਰ ਲਈਏ। ਭਾਜੀ ਹੋਰਾਂ ਤੋਂ ਵੀ ਰੋਜ਼ ਨੂੰ ਛੁੱਟੀ ਨਹੀਂ ਆਇਆ ਜਾਂਦਾ। ਮੈਨੂੰ ਵੀ 100 ਕੰਮ ਰਹਿੰਦੇ ਨੇ। ਨਾਲੇ ਬੁੱਢੜੀ ਦੇ ਫੁੱਲ, ਜੇ ਤੂੰ ਜਾਣਾ ਤੂੰ ਸਹੀ, ਤੇ ਜੇ ਮੈਂ ਜਾਣਾ ਤਾਂ ਸਹੀ। ਗੰਗਾ ਪਾ ਕੇ ਆਈਏ। ਆਉਣਾ, ਕੁੱਦੂ ਨੇ ਬੇਪਰਵਾਹੀ ਨਾਲ ਜਵਾਬ ਦਿੱਤਾ ਤੇ ਪੁੱਟੇ ਹੋਏ ਕਿੱਲੇ ਨਾਲ ਬੱਝਾ ਵੈੜਕੇ ਦਾ ਰੱਸਾ ਖੋਲ੍ਹਦਾ ਆਪਣੇ ਮੁੰਡੇ ਨੂੰ ਕਹਿਣ ਲੱਗਾ, ਉਹ ਕਾਕੂ, ਮੰਜਾ ਕੱਢ ਕੇ ਬਾਪੂ ਆਪ ਦੇ ਕੋਲ ਡਿਓਢੀ 'ਚ ਡਾਹ। ਇਸ ਤੋਂ ਪਹਿਲਾਂ ਕਿ ਕਾਕੂ ਮੰਜਾ ਲਿਆਉਂਦਾ, ਬੁੱਢੇ ਬਿਸ਼ਨ ਸਿੰਘ ਨੇ ਕਿਹਾ, ਕਾਕੂ ਕੁਰਸੀ ਲੈ ਲੈ। ਤੇ ਉਹ ਸਿੱਧਾ ਹੋ ਕੇ ਇੱਕ ਪਾਸੇ ਨੂੰ ਖਿਸਕ ਕੇ ਬੈਠ ਗਿਆ ਤੇ ਸਵਰਨ ਸਿੰਘ ਲਈ ਉਹਨਾਂ ਚਿਰ ਬੈਠਣ ਲਈ ਮੰਜੀ 'ਤੇ ਥਾਂ ਖਾਲੀ ਕਰ ਦਿੱਤੀ। ਪਰ ਸਵਰਨ ਸਿੰਘ ਪੱਗ ਦਾ ਪੱਲਾ ਠੀਕ ਕਰਦਾ ਮੰਜੀ ਲਾਗੇ ਦਾੜੀ ਪਲੋਸਣ ਲੱਗਾ। ਸਵਰਨ ਸਿੰਘ ਤਿੰਨਾਂ ਭਰਾਵਾਂ 'ਚੋਂ ਸਭ ਤੋਂ ਵੱਡਾ ਤੇ ਪੜ੍ਹਿਆ ਲਿਖਿਆ ਸੀ। ਆਪਣੀ ਹਿੰਮਤ ਨਾਲ ਪੜ੍ਹ ਕੇ ਉਹ ਓਵਰਸੀਅਰ ਲੱਗ ਗਿਆ ਸੀ ਤੇ ਚੰਗੀ ਕਮਾਈ ਕਰਦਾ ਸੀ। ਉਹ ਸ਼ਹਿਰ ਹੀ ਕੋਠੀ ਪਾ ਕੇ ਰਹਿ ਰਿਹਾ ਸੀ। ਇੱਕੋ ਇੱਕ ਧੀ ਉਸਨੇ ਚੰਗੇ ਘਰ ਵਿਆਹ ਲਈ ਸੀ। ਦੋਵੇਂ ਮੁੰਡੇ ਵੀ ਚੰਗੀਆਂ ਨੌਕਰੀਆਂ 'ਤੇ ਲੱਗੇ ਹੋਏ ਸਨ। ਚੰਗੇ ਤੇ ਵੱਡੇ ਲੋਕਾਂ ਨਾਲ ਉਹਦਾ ਸੰਪਰਕ ਸੀ, ਲੈਣ ਦੇਣ ਸੀ, ਮਿਲਵਰਤਨ ਸੀ। ਉਹਦਾ ਇੱਕ ਆਪਣਾ ਹੀ ਵਿਸ਼ੇਸ਼ ਦਾਇਰਾ ਬਣ ਚੁੱਕਾ ਸੀ। ਪਿੰਡ ਉਹਦਾ ਆਉਣ ਜਾਣ ਘੱਟ ਹੀ ਸੀ। ਜਿਹੜੀ 2-2.5 ਕਿੱਲੇ ਜ਼ਮੀਨ ਉਸਦੇ ਹਿੱਸੇ ਆਉਂਦੀ ਸੀ, ਉਹ ਕੁੱਦੂ ਹੀ ਵਾਹੁੰਦਾ ਸੀ ਤੇ ਉਹ ਬਕੌਲ ਉਸਦੇ ਖਾਣ ਲਈ ਸਾਲ ਦੇ ਦਾਣੇ ਹੀ ਖੜਦਾ ਸੀ। ਆਪਣੇ ਅੰਗਾਂ ਸਾਕਾਂ ਤੇ ਯਾਰਾਂ ਦੋਸਤਾਂ ਵਿੱਚ ਉਹ ਇੱਕੋ ਹੀ ਕਹਿੰਦਾ ਸੀ ਕਿ ਉਸਨੇ ਜ਼ਮੀਨ ਕੁੱਦੂ ਨੂੰ ਮੁਫਤ ਹੀ ਦਿੱਤੀ ਹੋਈ ਹੈ। ਕਾਕੂ ਕੁਰਸੀ ਲੈ ਕੇ ਆਇਆ। ਲੋਹੇ ਦੀ ਇਹ ਇੱਕੋ ਕੁਰਸੀ ਬੜੇ ਸਾਲਾਂ ਤੋਂ ਉਹਨਾਂ ਦੇ ਘਰ ਸੀ। ਪੁੱਤ, ਕੁਰਸੀ 'ਤੇ ਕੱਪੜਾ ਫੇਰ ਲੈ ਜ਼ਰਾ। ਬੁੱਢੜੇ ਬਿਸ਼ਨ ਸਿੰਘ ਨੇ ਆਪਣੀ ਉੱਡੇ ਰੰਗ ਵਾਲੀ ਖੱਦਰ ਦੇ ਅਮਰੇ ਦੀ ਰਜਾਈ ਨੂੰ ਠੀਕ ਕੀਤਾ ਤੇ ਆਪਣੇ ਕੇਸਾਂ ਦੀ ਜਟੂਰੀ ਕਰਦੇ ਕੰਬਦੇ ਹੱਥਾਂ ਨਾਲ ਮੈਲੀ ਪੱਗ ਸਿਰ 'ਤੇ ਲਪੇਟਣ ਲੱਗਾ। ਬਿਸ਼ਨ ਸਿੰਘ ਜਦੋਂ ਵੀ ਸਵਰਨ ਸਿੰਘ ਦੇ ਸਾਹਮਣੇ ਹੁੰਦਾ ਸੀ, ਉਹਦੀ ਅਵਸਥਾ ਇੰਝ ਹੀ ਹੁੰਦੀ ਜਿਵੇਂ ਕੋਈ ਜੱਟ ਤਹਿਸੀਲਦਾਰ ਦੇ ਸਾਹਮਣੇ ਖੜਾ ਹੋਵੇ। ਉਹ ਉਸ ਨੂੰ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਲੱਗਦਾ, ਜਿਵੇਂ ਡਾਢੀ ਸਾਫ਼, ਵਧੀਆ ਤੇ ਚੀਕਣੀ ਹੋਵੇ, ਜਿਸ ਦੇ ਖਬਰੇ ਗੁੱਡੀਆਂ ਤੇ ਬਾਵੇ ਬਣਦੇ ਹੋਣ। ਸਵਰਨ ਦੇ ਰਹਿਣ ਸਹਿਣ ਤੇ ਉਸਦੀ ਪੋਚਾ ਪੋਚੀ ਦੇ ਸਾਹਮਣੇ ਉਹ ਆਪਣੇ ਆਪ ਨੂੰ ਡਾਢਾ ਖੁਰਦਰਾ ਜਿਹਾ ਮਹਿਸੂਸ ਕਰਦਾ। ਇਸ ਲਈ ਸ਼ਹਿਰ ਜਾ ਕੇ ਉਹ ਕਦੀ ਵੀ ਸਵਰਨ ਦੇ ਘਰ ਦੇ ਕੂਲੇ ਜਿਹੇ ਮਾਹੌਲ ਵਿੱਚ ਬਹੁਤੀ ਦੇਰ ਨਹੀਂ ਸੀ ਟਿਕ ਸਕਿਆ। ਉਸ ਨੂੰ ਲੱਗਦਾ ਜਿਵੇਂ ਉਹਦੇ ਪੈਰ ਉਸ ਘਰ ਵਿੱਚ ਠੀਕ ਤਰ੍ਹਾਂ ਨਾ ਉੱਠ ਰਹੇ ਹੋਣ। ਉਹਦੀ ਨੂੰਹ ਤੇ ਪੋਤਰੇ ਪੋਤਰੀਆਂ ਉਹਨੂੰ ਜਿਵੇਂ ਘੂਰ-ਘੂਰ ਵੇਖਦੇ ਹੋਣ। ਉਹਨੂੰ ਲੱਗਦਾ ਜਿਵੇਂ ਕੋਈ ਮਿੱਟੀ ਦੇ ਘੁਰਨਿਆਂ ਵਿੱਚ ਖੇਡਦੇ ਸਹੇ ਨੂੰ ਸੰਗਮਰਮਰ ਦੀ ਗੁਫਾ ਵਿੱਚ ਛੱਡ ਆਇਆ ਹੋਵੇ। ਕਾਕੂ ਨੇ ਕੁਰਸੀ ਸਾਫ਼ ਕਰ ਦਿੱਤੀ। ਬਿਸ਼ਨ ਸਿੰਘ ਸਵਰਨ ਸਿੰਘ ਨੂੰ ਇੱਕ ਵਚਨ ਜਾਂ ਬਹੁ ਵਚਨ ਵਿੱਚ ਸੰਬੋਧਨ ਕਰਨ ਦੀ ਦੁਚਿੱਤੀ ਵਿੱਚ ਹੀ ਸੀ
ਕਿ ਸਵਰਨ ਸਿੰਘ ਕੁਰਸੀ ਤੇ ਬੈਠ ਗਿਆ। ਅਜਿਹੇ ਸਮੇਂ ਬਿਸ਼ਨ ਸਿੰਘ ਕਈ ਵਾਰ ਆਪਣੇ ਆਪ 'ਚ ਡਾਢਾ ਕੱਚਾ ਜਿਹਾ ਹੁੰਦਾ। ਉਹਦਾ ਆਪਣਾ ਆਪ ਹੁੰਗਾਰਾ ਉੱਠਦਾ, ਇਹ ਕਿਹੜਾ ਵੈਸਰਾਈ ਦਾ ਬੀ ਹੈ, ਮੇਰਾ ਮੁੰਡਾ ਹੀ ਹੈ, ਮੈਂ ਕਿਉਂ? ਕਰਮ ਸਿੰਘ ਆਪ ਹੀ ਮੰਜਾ ਚੁੱਕ ਕੇ ਡਿਓਢੀ ਵਿੱਚ ਲੈ ਆਇਆ। ਉਹ ਕੁੱਦੂ ਤੋਂ 2 ਸਾਲ ਵੱਡਾ ਸੀ, ਪੜ੍ਹਾਈ ਵੱਲੋਂ ਲਾਪਰਵਾਹ ਤੇ ਸ਼ਰਾਰਤਾਂ 'ਚ ਨੰਬਰ 1। ਉਹ ਸੰਤੀ ਮੈਰੀ ਦੇ ਬਾਲਣ ਵਿੱਚ ਬਸਤਾ ਲੁਕਾ ਕੇ ਹਾਣੀਆਂ ਨਾਲ ਖਿੱਦੋ ਖੁੰਡੀ ਖੇਡਣ ਨਿਕਲ ਜਾਂਦਾ ਤੇ ਛੁੱਟੀ ਹੋਣ ਸਮੇਂ ਬਸਤਾ ਚੁੱਕ ਘਰ ਜਾ ਵੜਦਾ। ਛੋਟਾ ਹੋਣ ਕਰਕੇ ਕੁੱਦੂ ਉਹਦੇ ਨਾਲ ਰਹਿੰਦਾ। ਇਕੱਠੇ ਹੀ ਉਹ ਸਕੂਲ ਗਏ ਤੇ ਇਕੱਠੇ ਹੀ ਪੜ੍ਹਾਈ ਛੱਡ ਕੇ ਉਹ ਘਰ ਦੇ ਕੰਮ ਵਿੱਚ ਪਿਓ ਦੀ ਮਦਦ ਕਰਾਉਣ ਲੱਗ ਪਏ। ਜਵਾਨੀ ਚੜ੍ਹਦਿਆਂ ਹੀ ਕਰਮਾਂ ਤੇ ਪਾਂਡੀ ਬਣ ਕੇ ਸਮਗਲਿੰਗ ਦਾ ਮਾਲ ਢੋਣ ਲੱਗ ਪਿਆ ਤੇ ਕੁੱਦੂ ਜਿਸਮ ਦਾ ਤਾਜ਼ਾ ਤੇ ਹੱਡ ਪੈਰ ਦਾ ਖੁੱਲ੍ਹਾ ਹੋਣ ਕਰਕੇ ਭਲਵਾਨੀ, ਕਰਮੇ ਦਾ ਪਾਂਡੀ ਹੋਣਾ ਤਾਂ ਸੁਕਾਰ 'ਤੇ ਆਇਆ। ਹੌਲੀ ਹੌਲੀ ਉਹਨੇ ਬਲੈਕ ਦੇ ਮਾਲ ਵਿੱਚ ਆਪਣਾ ਹਿੱਸਾ ਪੱਤੀ ਰੱਖਣਾ ਸ਼ੁਰੂ ਕਰ ਦਿੱਤਾ। ਅੱਜ ਹੋਰ ਕੱਲ੍ਹ ਹੋਰ, ਤੇ ਕਰਮਾ ਵੀ ਲਾਗਲੇ ਕਸਬੇ ਦੇ ਚੌਂਕ ਵਿੱਚ ਆਪਣਾ ਮਕਾਨ ਬਣਵਾ ਕੇ ਠਾਠ ਨਾਲ ਰਹਿ ਰਿਹਾ ਸੀ। ਡੈਰੀ ਤੇ ਮੁਰਗੀ ਖਾਨਾ ਖੋਲ੍ਹ ਲਿਆ ਸੀ। ਉਹਦੇ ਘਰ ਪੂਰੀ ਲਹਿਰ ਬਹਿਰ ਸੀ ਤੇ ਭਲਵਾਨੀ ਕਰਦਾ ਕਰਦਾ ਧਰਮ ਸਿੰਘ ਕੁੱਦੂ ਦਾ ਕੁੱਦੂ ਹੀ ਰਹਿ ਗਿਆ। ਪਿਓ ਵਾਲੀ ਹਲ ਤੇ ਜੰਗੀ ਉਸਦੇ ਹੱਥ ਵਿੱਚ ਸੀ। ਬਾਬੇ ਝਰਲ ਨੇ ਭਾਵੇਂ ਮਖੌਲ ਵਿੱਚ ਹੀ ਉਹਦੇ 2 ਬੰਦੇ ਬਣ ਜਾਣ, ਇੱਕ ਦੇ ਹਲ ਵਾਹੁਣ, ਦੂਜੇ ਦੇ ਪੱਠੇ ਪਾਉਣ ਦੀ ਗੱਲ ਕੀਤੀ ਸੀ, ਪਰ ਕੁੱਦੂ ਸੱਚੀ ਹੀ ਵਾਹੀ ਵਿੱਚ ਦੂਣੇ ਜ਼ੋਰ ਨਾਲ ਲੱਗਾ ਰਿਹਾ ਸੀ। ਉਹ ਆਪਣੇ ਵੱਲੋਂ ਤਾਂ ਤੇਜ਼ ਦੌੜਨ ਦਾ ਬਹੁਤ ਯਤਨ ਕਰਦਾ, ਪਰ ਸੁਪਨੇ ਵਿੱਚ ਡਰ ਕੇ ਭੱਜਣ ਵਾਲਿਆਂ ਵਾਂਗ ਉਸਦਾ ਹਰ ਚੁੱਕਿਆ ਪੈਰ ਅੱਗੇ ਧਰੇ ਜਾਣ ਦਾ ਨਾਂ ਨਹੀਂ ਸੀ ਲੈਂਦਾ। ਜਿਵੇਂ ਕੋਈ ਗੈਬੀ ਸ਼ਕਤੀ ਉਹਦੇ ਲੱਕ ਨੂੰ ਜੱਫਾ ਮਾਰੀ ਪਿਛਾਂਹ ਖਿੱਚੀ ਲਿਜਾ ਰਹੀ ਸੀ। ਵੈੜਕੇ ਦਾ ਕਿੱਲਾ ਗੜਦਿਆਂ ਕੁੱਦੂ ਜਿਉਂ ਹੀ ਕਿੱਲੇ ਨੂੰ ਸੱਟ ਮਾਰ ਰਿਹਾ ਸੀ, ਉਹਨੂੰ ਲੱਗ ਰਿਹਾ ਸੀ ਜਿਵੇਂ ਇਹ ਸੱਟ ਉਹਦੇ ਆਪਣੇ ਸਿਰ 'ਤੇ ਵੱਜੀ ਹੋਵੇ ਅਤੇ ਉਹ ਹਰ ਸੱਟ ਨਾਲ ਹੀ ਧਰਤੀ ਦੇ ਅੰਦਰ ਨਿਕਲਦਾ ਜਾ ਰਿਹਾ ਹੋਵੇ। ਮਨ ਹੀ ਮਨ ਉਹ ਦੋਹਾਂ ਭਰਾਵਾਂ ਬਾਰੇ ਸੋਚ ਕੇ ਉਹ ਝੁੰਝਲਾ ਉੱਠਿਆ ਤੇ ਤੀਜੀ ਭੈਣ ਬਚਨੂ, ਉਫ, ਇਹ ਕਿਹੇ ਰਿਸ਼ਤੇ ਸਨ। ਵੱਡੇ ਤੇ ਉਸਨੂੰ ਖਿਝ ਸੀ ਕਿ ਉਹ ਅੰਗਾਂ ਸਾਕਾਂ ਦੇ ਸਾਹਮਣੇ ਕੁੱਦੂ ਨੂੰ ਯਤੀਮ ਜਿਹਾ ਬਣਾ ਕੇ ਪੇਸ਼ ਕਰਦਾ ਸੀ। ਦਾਣੇ ਲਿਜਾ ਕੇ ਵੀ ਜ਼ਮੀਨ ਬਾਰੇ ਇੰਝ ਕਹਿੰਦਾ ਸੀ ਜਿਵੇਂ ਕੁੱਦੂ ਨੂੰ ਦਾਨ ਕਰ ਦਿੱਤੀ ਹੋਵੇ। ਜ਼ਮੀਨ ਕੁੱਦੂ ਤੋਂ ਛੱਡੀ ਨਹੀਂ ਸੀ ਜਾਂਦੀ ਜਾਂ ਛੱਡਿਆਂ ਉਸਦਾ ਗੁਜ਼ਾਰਾ ਨਹੀਂ ਸੀ ਹੁੰਦਾ, ਪਰ ਐਦਾਂ ਮੁਫਤ ਦੇ ਅਹਿਸਾਨ ਹੇਠਾਂ ਉਸ ਤੋਂ ਦੱਬਿਆ ਵੀ ਨਹੀਂ ਸੀ ਜਾਂਦਾ। ਤੇ ਕਰਮ ਸਿੰਘ ਤਾਂ ਬਰਾਬਰ ਦਾ ਹਿੱਸਾ ਵੀ ਵੰਡ ਕੇ ਲੈ ਜਾਂਦਾ ਸੀ, ਪਰ ਇਹ ਵੀ ਇਤਰਾਜ਼ ਕਰਦਾ ਸੀ ਕਿ ਕੁੱਦੂ ਦੇ ਹੱਥਾਂ ਵਿੱਚ ਬਰਕਤ ਨਹੀਂ, ਉਹਨੂੰ ਆਪਣੇ ਹਿੱਸੇ ਵਿੱਚੋਂ ਕੁਝ ਨਹੀਂ ਬਚਦਾ। ਅਜੇ ਕੱਲ੍ਹ ਮਾਂ ਦੇ ਫੁੱਲ ਚੁਣਦਿਆਂ ਉਹ ਆਪਣੇ ਭਣਵੱਈਏ ਨੂੰ ਕਹਿ ਰਿਹਾ ਸੀ, ਭਾਈਆ, ਐਤਕੀ ਮੇਰੀ ਸਲਾਹ ਏ, ਪਿੰਡ ਵਾਲੀ 2 ਕਿੱਲੇ ਆਪ ਹੀ ਟਰੈਕਟਰ ਨਾਲ ਵਾਹ ਕੇ ਮੱਝਾਂ ਲਈ ਪੱਠੇ ਨਾ ਬੀਜ ਛੱਡਾਂ। ਇਸ 'ਚੋਂ ਬਚਦਾ ਬਚਾਉਂਦਾ ਤਾਂ ਅੱਗੇ ਕੁਛ ਨਹੀਂ। ਮਾੜੀ ਗੱਲ ਨਹੀਂ, ਚੰਗਾ ਰਹੇਗਾ, ਬਚਨੂ ਦੇ ਘਰ ਵਾਲਾ ਬੋਲਿਆ। ਕੁੱਦੂ ਨੂੰ ਪਤਾ ਸੀ ਕਿ ਉਹ ਉਸ ਨੂੰ ਸੁਣਾ ਕੇ ਗੱਲਾਂ ਕਰ ਰਹੇ ਹਨ। ਉਹ ਅੰਦਰੋਂ ਅੰਦਰ ਭਰਿਆ ਪੀਤਾ ਬੈਠਾ ਸੀ, ਬੋਲਿਆ ਕੁਝ ਨਹੀਂ। ਜ਼ਮੀਨ ਤਾਂ ਅੱਗੇ ਹੀ ਥੋੜ੍ਹੀ ਸੀ ਜੋ ਇਹ 2 ਕਿੱਲੇ ਵੀ ਹਲ ਹੇਠੋਂ ਨਿਕਲ ਆ ਗਈ। ਉਸ ਨੂੰ ਫਿਕਰ ਸੀ ਕਿ ਆਪ ਤਾਂ ਉਹ ਗੱਲ ਕਰਨ ਨੂੰ ਝਿਜਕਦਾ ਸੀ। ਲਾ ਪਾ ਕੇ ਵਿਚਲਾ ਬੰਦਾ ਭੈਣ ਭਣਵਈਆ ਸੀ ਜਾਂ ਪਿਓ, ਜਿਨ੍ਹਾਂ ਨੂੰ ਉਹ ਆਪਣਾ ਦੁੱਖ ਦੱਸ ਸਕਦਾ ਸੀ, ਉਹਨਾਂ ਦੀ ਮਦਦ ਮੰਗ ਸਕਦਾ ਸੀ। ਪਰ ਭਣਵਈਆ ਤਾਂ ਉਸਦੇ ਸਾਹਮਣੇ ਕਰਮ ਸਿੰਘ ਨੂੰ ਜ਼ਮੀਨ ਛੁਡਾ ਕੇ ਲੈਣ ਲਈ ਕਹਿ ਰਿਹਾ ਸੀ ਤੇ ਭੈਣ ਬਚਨੋ ਨੇ ਉਸਦੀ ਮਦਦ ਕੀ ਕਰਨੀ ਸੀ। ਉਸ ਨੂੰ ਤਾਂ ਅੱਗੇ ਹੀ ਇਤਰਾਜ਼ ਰਹਿੰਦਾ ਸੀ ਕਿ ਵੱਡੇ ਭਰਾ ਭਰਜਾਈ ਉਸ ਨਾਲ ਚੰਗਾ ਵਰਤਦੇ ਸਨ, ਉਸ ਨਾਲ ਦੁੱਖ ਸੁੱਖ ਵੰਡਾਉਣ ਆਉਂਦੇ ਜਾਂਦੇ ਸਨ, ਔਖੇ ਸੌਖੇ ਵੇਲੇ ਵੀ ਕੰਮ ਆਉਂਦੇ ਸਨ। ਪਰ ਕੁੱਦੂ ਸੀ, ਔਖੇ ਵੇਲੇ ਤਾਂ ਮਦਦ ਤਾਂ ਕੀ ਕਰਨੀ ਸੀ, ਉਹਨੂੰ ਮਿਲਣ ਤਾਂ ਕੀ ਜਾਣਾ। ਜੇ ਕਿਧਰੇ ਸਾਲ ਛਿਮਾਹੀ ਉਹਦਾ ਮੁੰਡਾ ਆ ਗਿਆ ਤਾਂ ਉਸ ਬਾਰੇ ਕਹਿੰਦੀ,
ਤਾਂ ਉਸ ਬਾਰੇ ਕਹਿੰਦੀ, ਹਾਇਆ ਇੰਨਾ ਨਮੋਹਾ ਮੁੰਡਾ ਹੋਣ ਤੇ ਉਹ ਜਿਹੜੇ 4 ਪਰੋਲੇ ਜਿਹੇ ਦਿੱਤੇ ਸੀ, ਬਸ ਮੇਰੀ ਜ਼ੁਬਾਨ ਸੜ ਜੇ ਕਿਤੇ ਮੁੰਡੇ ਨੂੰ 2 ਟਾਕੀਆਂ ਬਣਾ ਕੇ ਦਿੱਤੀਆਂ ਹੋਣ ਜਾਂ ਛਿੱਲੜ ਹੀ ਮੇਰੇ ਹੱਥ ਤੇ ਰੱਖਿਆ ਹੋਵੇ। ਵੇਖੋ ਨਾ, ਅਸੀਂ ਕਿਤੇ ਇਹਦੇ ਪੈਸਿਆਂ ਲੀੜਿਆਂ ਤੇ ਤਾਂ ਨਹੀਂ ਬੈਠੇ, ਪਰ ਫਿਰ ਵੀ ਭੈਣ ਭਰਾ ਦਾ ਹਮਾ ਹੁੰਦਾ, ਵੇਖੇ ਨਾ। ਤੇ ਉਹ ਅੱਖਾਂ ਤੇ ਚੁੰਨੀ ਫੇਰਨ ਲੱਗ ਪੈਂਦੀ। ਕੁੱਦੂ ਬਚਨੋਂ ਤੇ ਅੰਦਰੋਂ ਅੰਦਰ ਭੁੱਜਿਆ ਹੋਇਆ ਸੀ। ਉਸ ਦਿਨ ਮਾਂ ਦਾ ਸੰਸਕਾਰ ਕਰਨ ਤੋਂ ਪਹਿਲਾਂ ਇਸ਼ਨਾਨ ਕਰਾਉਣ ਵੇਲੇ ਮਾਂ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਲਾ ਕੇ ਵਿਚਕਾਰਲੀ ਭਰਜਾਈ ਨੂੰ ਫੜਾ ਦਿੱਤੀਆਂ। ਉਹ ਜਿਵੇਂ ਵਾਲੀਆਂ ਤੇ ਲੱਤ ਫੇਰਦੀ ਰਹੀ ਸੀ। ਇੱਕ ਪਲ ਉਹਨੂੰ ਮਾਂ ਤੇ ਖਿਝ ਵੀ ਆਈ, ਪਰ ਫਿਰ ਮਾਂ ਦਾ ਝੁਰੜੀਆਂ ਭਰਿਆ ਚਿਹਰਾ ਤੇ ਡੂੰਘੀਆਂ ਚਮਕਦੀਆਂ ਅੱਖਾਂ ਯਾਦ ਆਉਣ ਤੇ ਉਹ ਮਾਂ ਦੇ ਪਿਆਰ ਵਿੱਚ ਭਿੱਜ ਗਿਆ। ਇੱਕੋ ਮਾਂ ਹੀ ਸੀ ਜਿਸ ਨੇ ਉਸਨੂੰ ਅੰਤਾਂ ਦਾ ਪਿਆਰ ਕੀਤਾ ਸੀ, ਸਦਾ ਉਹਦੇ ਹੱਕ ਵਿੱਚ ਡਟ ਕੇ ਬੋਲੀ ਸੀ। ਜਿਹੜੀ ਗੱਲ, ਜਿਹੜੀ ਭਾਸ਼ਾ ਵਿੱਚ, ਜਿੰਨੇ ਜ਼ੋਰ ਵਿੱਚ ਉਹ ਕਹਿਣਾ ਚਾਹੁੰਦਾ ਹੁੰਦਾ, ਉਹਦੀ ਮਾਂ ਉਹ ਗੱਲ ਉਸ ਨਾਲੋਂ ਜ਼ੋਰਦਾਰ ਅੰਦਾਜ਼ ਵਿੱਚ ਕਿਹਾ ਕਰਦੀ। ਉਹ ਹੀ ਸੀ ਜਿਹੜੀ ਕੁੱਦੂ ਬਾਰੇ ਕਹਿੰਦੀ ਸੀ, ਇਹ ਤਾਂ ਮੇਰਾ ਲੋਲੜ ਪੁੱਤ ਹੈ, ਭੋਲਾ ਭਾਲਾ, ਸ਼ਿਵਾ ਵਰਗਾ, ਤੁਸੀਂ ਤਾਂ ਸਭ ਕਾਂਟੇ ਹੋ। ਕੁੱਦੂ ਨੂੰ ਅਫਸੋਸ ਸੀ ਕਿ ਉਹ ਮਰਦੀ ਹੋਈ ਮਾਂ ਦੇ ਕੋਲ ਨਹੀਂ ਸੀ। ਸਾਰੀ ਉਮਰ ਮਾਂ ਉਹਦੇ ਕੋਲ ਰਹੀ, ਪਰ ਮਰਨ ਸਮੇਂ ਉਹ ਕੋਲੋਂ ਚਲੀ ਗਈ। 2 ਮਹੀਨੇ ਹੋਏ ਉਸਨੂੰ ਅਚਾਨਕ ਬੁੱਲਾ ਵੱਜ ਗਿਆ ਤੇ ਪਾਸਾ ਮਾਰਿਆ ਗਿਆ। ਸਵਰਨ ਸਿੰਘ ਮਾਂ ਦਾ ਪਤਾ ਕਰਨ ਆਇਆ ਤਾਂ ਉਹ ਮਾਂ ਦੇ ਵਰਜਦਿਆਂ ਵੀ ਉਸਨੂੰ ਆਪਣੇ ਨਾਲ ਸ਼ਹਿਰ ਲੈ ਗਿਆ ਤਾਂ ਕਿ ਉਹ ਵੱਡੇ ਹਸਪਤਾਲ ਵਿੱਚ ਦਾਖਲ ਕਰਵਾ ਕੇ ਇਲਾਜ ਕਰਵਾ ਸਕੇ। ਲਗਭਗ 1.5 ਮਹੀਨਾ ਇਲਾਜ ਚੱਲਦਾ ਰਿਹਾ, ਪਰ ਬੁੱਢੜਾ ਤੇ ਕਮਜ਼ੋਰ ਸਰੀਰ ਬਿਮਾਰੀ ਦੀ ਮਾਰ ਨਾ ਚੱਲ ਸਕਿਆ ਤੇ ਰਹਿ ਗਿਆ ਸੀ ਬਾਕੀ ਬੁੱਢੜਾ ਬਿਸ਼ਨ ਸਿੰਘ, ਜਿਹੜਾ ਉਸ ਦੀਆਂ ਔਖਾਈਆਂ ਨੂੰ ਸਮਝਦਾ ਸੀ। ਉਸ ਦੀ ਤੰਗੀ, ਜਿਸ ਦੀ ਆਪਣੀ ਤੰਗੀ ਸੀ, ਉਸਨੇ ਆਪ ਜੋ ਸਾਰੀ ਉਮਰ ਕਿਸਾਨ ਦੀ ਜੂਨ ਭੋਗੀ ਸੀ, ਪਰ ਉਹ ਵਿਚਾਰਾ ਇੰਨਾ ਨਿਰਮਾਣ ਤੇ ਦੱਬੂ ਜੱਟ ਸੀ, ਜਾਂ ਇੰਜ ਕਹਿ ਲਈਏ ਕਿ ਉਹਦੇ ਵੱਡੇ ਪੁੱਤਾਂ ਦੇ ਪੈਸੇ ਦਾ ਜ਼ੱਬਾ ਉਸ ਤੇ ਇੰਜ ਬੈਠਾ ਸੀ ਕਿ ਉਹ ਉਬਾਸਰ ਕੇ ਕੋਈ ਗੱਲ ਉਹਨਾਂ ਨੂੰ ਕਹਿ ਨਹੀਂ ਸੀ ਸਕਦਾ। ਉਹ ਆ ਮਾਂ ਦਿਆਂ, ਸ਼ਿਵ ਜੀ, ਇੱਥੇ ਕਿੱਲੇ ਨੂੰ ਹੀ ਠੱਕ ਠੱਕ ਕਰੀ ਜਾਣਾ, ਅਸੀਂ ਹੋਰ ਵੀ ਕੰਮ ਕਰਨਾ ਹੈ। ਕਰਮ ਸਿੰਘ ਨੇ ਕੁੱਦੂ ਨੂੰ ਆਵਾਜ਼ ਮਾਰੀ। ਕੁੱਦੂ ਮਿੱਟੀ ਨਾਲ ਲਿਪੜੇ ਹੱਥ ਤੇੜ ਦੀ ਚਾਦਰ ਨਾਲ ਪੂੰਝਦਾ ਉੱਠ ਖੜਾ ਹੋਇਆ ਤੇ ਹੌਲੀ ਹੌਲੀ ਤੁਰਦਾ ਡਿਓਢੀ ਵਿੱਚ ਆਣ ਕੇ ਉਹਨਾਂ ਕੋਲ ਖੜਾ ਹੋ ਗਿਆ। ਬਹਿ ਜਾ। ਕਰਮ ਸਿੰਘ ਨੇ ਕੁੱਦੂ ਨੂੰ ਮੰਜੇ ਤੇ ਬੈਠ ਜਾਣ ਦਾ ਇਸ਼ਾਰਾ ਕੀਤਾ। ਬਚਨੋਂ ਵੀ ਬੁੱਕਣ ਸਵਾਰ ਦੀ ਪਿਓ ਦੀ ਪੁਆਂਦੀ ਤੇ ਆ ਬੈਠੀ। ਬਜ਼ੁਰਗਾ, ਭਾਜੀ ਰਾਤੀ ਮੇਰੇ ਕੋਲ ਆ ਗਏ ਸੀ, ਅਸੀਂ ਤਾਂ ਤੁਹਾਡੇ ਨਾਲ ਮਸ਼ਵਰਾ ਕਰਨ ਆਏ ਆ। ਕਰੋ ਵੀ ਮਸ਼ਵਰਾ, ਜਿਹੜਾ ਕਰਨਾ, ਕੀ ਗੱਲ ਹੈ? ਬਿਸ਼ਨ ਸਿੰਘ ਨੇ ਹੌਲੀ ਜਿਹੀ ਦਾੜੀ ਖੁਰਕੀ। ਵੇਖ, ਸਲਾਹ ਨਾਲ ਰਲ ਕੇ ਆਪੋ ਵਿੱਚ ਅਸੀਂ ਜਿਹੜੀ ਗੱਲ ਕਰਾਂਗੇ ਉਹਦੇ ਨਾਲ ਦੀ ਰੀਸ ਨਹੀਂ। ਕਰਮ ਸਿੰਘ ਇੱਕ ਪਲ ਰੁਕਿਆ ਤੇ ਸਾਰਿਆਂ ਦੇ ਚਿਹਰਿਆਂ ਵੱਲ ਤੱਕਿਆ, ਫਿਰ ਘੰਗੂਰਾ ਮਾਰ ਕੇ ਬੋਲਿਆ, ਗੱਲ ਤਾਂ ਇਹ ਹੈ, ਮਾਂ ਦਾ ਇਕੱਠ ਕਰਨਾ ਗੱਜ ਵੱਜ ਕੇ, ਸਾਰੇ ਅੰਗ ਸਾਕ ਸੱਦਣੇ ਨੇ। ਬੁੱਢੜੀ ਕਰਮਾਂ ਵਾਲੀ, ਦੋਤਿਆਂ ਪੋਤਿਆਂ ਵਾਲੀ ਹੋ ਕੇ ਉਮਰ ਭੋਗ ਕੇ ਗਈ ਆ, ਉਹਨੂੰ ਵੱਡਿਆਂ ਕਰਨਾ ਹੈ। ਕੀ ਸਲਾਹ ਏ ਪੁੱਤ? ਮੇਰੀ ਸਲਾਹ ਕੀ ਹੋਣੀ ਹੈ, ਪਰ ਸਾਡੇ ਅਰਗੇ ਛੋਟੇ ਬੰਦਿਆਂ ਨੂੰ ਕਾਹਦਾ ਵੱਡਾ ਕਰਨਾ ਹੋਇਆ? ਬਿਸ਼ਨ ਸਿੰਘ ਦੀ ਟੁੱਟਵੀਂ ਆਵਾਜ਼ ਸੀ। ਮੈਂ ਵੀ ਕਰਮ ਸਿੰਘ ਨੂੰ ਕਿਹਾ ਕਿ ਇਹ ਫਜ਼ੂਲ ਖਰਚੀ ਹੈ, ਇਹ ਮੰਨਦਾ ਨਹੀਂ। ਸਵਰਨ ਸਿੰਘ ਨੇ ਰਾਏ ਦਿੱਤੀ। ਉਹ ਭਾਜੀ, ਭਾਈਚਾਰਾ ਕੀ ਆਖੂ? ਚੰਗੇ ਭਲੇ ਪੁੱਤ ਕਮਾਉਂਦੇ ਪੈਸੇ ਵਾਲੇ ਕੀ ਮਰੀ ਪੈ ਗਈ? ਤੁਹਾਡੇ ਪੜ੍ਹੇ ਲਿਖਿਆਂ ਲਈ ਉਹ ਫਜ਼ੂਲ ਖਰਚੀ। ਨਾਲੇ ਤੁਹਾਨੂੰ ਕੀ, ਤੁਸੀਂ ਤਾਂ ਸ਼ਹਿਰ ਰਹਿਣਾ, ਇੱਥੇ ਮਿਹਣੇ ਤਾਂ ਸਾਨੂੰ ਵੱਜਣੇ ਨੇ। ਕਰਮ ਸਿੰਘ ਅਜੇ ਬੋਲ ਹੀ ਰਿਹਾ ਸੀ ਕਿ ਬਚਨੋਂ ਉਹਦੀ ਗੱਲ ਟੁੱਕ ਕੇ ਬੋਲ ਪਈ। ਆਹੋ, ਨਹੀਂ ਨਹੀਂ ਭਾਜੀ, ਤੁਸੀਂ ਵੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਬਚਨੋਂ ਸਵਰਨ ਸਿੰਘ ਨੂੰ ਤਿੱਖੀ ਹੋ ਕੇ ਪਈ। ਭਾਊ ਕਰਮ ਸਿੰਘ ਠੀਕ ਆਂਦਾ ਏ। ਉਧਰ ਮੇਰੇ ਸਹੁਰੇ ਤਾਂ ਤਿਆਰੀਆਂ ਵੀ ਕੱਸੀ ਬੈਠੇ ਹੋਏ ਨੇ। ਮੈਨੂੰ ਤਾਂ ਦਰਾਣੀਆਂ ਜਠਾਣੀਆਂ ਛਿੱਬੀਆਂ ਦੇ ਦੇ ਕੇ ਮਾਰ ਛੱਡਣਾ।
ਕੁੱਦੂ ਨੂੰ ਪਤਾ ਸੀ ਬਿਸ਼ਨ ਸਿੰਘ ਦੇ ਰਾਹੀਂ ਗੱਲ ਉਸ ਨਾਲ ਹੋ ਰਹੀ ਸੀ। ਉਸ ਦਾ ਜੀ ਕੀਤਾ ਬਚਨੋਂ ਦੇ ਵੱਟ ਕੇ ਚਪੇੜ ਮਾਰੇ। ਸਵਰਨ ਸਿੰਘ ਠੀਕ ਕਹਿ ਰਿਹਾ ਸੀ ਕਿ ਇਹ ਫਜ਼ੂਲ ਖਰਚੀ ਹੈ। ਕੁੱਦੂ ਨੂੰ ਆਪਣਾ ਘਰ ਦਿਸ ਰਿਹਾ ਸੀ। ਵੇਖੋ ਭਾਈ, ਮੈਂ ਪਿੱਛੇ ਤਾਂ ਨਹੀਂ ਹਟਦਾ। ਜਿੰਨਾ ਖਰਚ ਮੇਰੇ ਹਿੱਸੇ ਆਉਂਦਾ ਦੱਸ ਦਿਓ ਅਟਾ ਸਟਾ। ਪਰ ਮੇਰਾ ਸਵਰਨ ਸਿੰਘ ਬੋਲਿਆ। ਕੁੱਦੂ ਨੂੰ ਆਸ ਸੀ ਕਿ ਸਵਰਨ ਸਿੰਘ ਇਸ ਦੇ ਵਿਰੋਧ ਵਿੱਚ ਡਟੇਗਾ, ਪਰ ਉਹਦੇ ਸਹਾਰੇ ਦੀ ਲੱਜ ਛੇਤੀ ਹੀ ਉਹਦੇ ਹੱਥੋਂ ਡਿੱਗ ਪਈ ਤੇ ਉਹ ਸੋਚਾਂ ਫਿਕਰਾਂ ਦੇ ਖੂਹ ਵਿੱਚ ਧੜਾਮ ਡਿੱਗ ਪਿਆ। ਉਹ ਧੁਖ ਰਿਹਾ ਸੀ ਤੇ ਉਹਦੇ ਅੰਦਰ ਹੀ ਅੰਦਰ ਧੂੰਆਂ ਇਕੱਠਾ ਹੋ ਰਿਹਾ ਸੀ। 5-7 ਹਜ਼ਾਰ ਤਾਂ ਸਹਿਜੇ ਲੱਗ ਜੂ। ਨਾਲੇ ਭਾਜੀ ਹੋਰੀ ਕਹਿੰਦੇ ਆ 2700 ਰੁਪਏ ਮਾਂ ਦੀ ਬਿਮਾਰੀ ਤੇ ਇੰਨਾ ਖਰਚ ਕੀਤਾ। ਆਪਾਂ ਤਿੰਨਾਂ ਨੂੰ 900 ਆਉਂਦਾ। ਕਰਮ ਸਿੰਘ ਸਾਰੇ ਖਰਚ ਦਾ ਵਿਸਤਾਰ ਦੱਸ ਰਿਹਾ ਸੀ। ਮਾਂ ਦੀ ਬਿਮਾਰੀ ਦਾ ਖਰਚ ਵੰਡੇ ਜਾਣ ਦੀ ਗੱਲ ਸੁਣ ਕੇ ਕੁੱਦੂ ਨੂੰ ਧੱਕਾ ਲੱਗਾ। ਉਹ ਦੰਦ ਵਿੱਚ ਬੁੱਲ ਟੁੱਕਣ ਲੱਗਾ। ਉਹਨੂੰ ਸੁੱਝ ਨਹੀਂ ਸੀ ਰਿਹਾ ਕੀ ਕਹੇ ਕਿ ਨਾ ਕਹੇ। ਮਾਂ ਦੀ ਬਿਮਾਰੀ ਤੇ ਖਰਚ ਕਰਤਾ, ਫਿਰ ਕੀ ਹੈ। ਇਹਨੇ ਵਿਚਾਰੇ ਨੇ ਸਾਰੀ ਉਮਰ ਉਹਨੂੰ ਰੋਟੀ ਵੀ ਤਾਂ ਖਵਾਈ ਹੈ। ਬਿਸ਼ਨ ਸਿੰਘ ਨੇ ਹਿੰਮਤ ਕਰਕੇ ਜਿਵੇਂ ਗੱਲ ਕਹਿ ਦਿੱਤੀ। ਲੈ ਵੇਖੇ ਨਾ ਬਾਪੂ, ਆ ਰਹੀ ਨਹੀਂ ਠੀਕ। ਜੇ ਇਹਨੇ ਰੋਟੀ ਖਵਾਈ ਤਾਂ ਸਾਰੀ ਉਮਰ ਗੁਲਾਮ ਵੀ ਤਾਂ ਐਦਾਂ ਹੀ ਕਰਦੀ ਰਹੀ ਹੈ। ਇਹਦੇ ਨਿਆਣੇ ਸਾਹਮਣੇ ਗਊ-ਮੂਤ ਧੋਤਾ। ਬਚਨੋਂ ਬੁੱਕਲ ਵਿੱਚੋਂ ਹੱਥ ਕੱਢ ਕੇ ਪੰਜਾ ਹਿਲਾ ਹਿਲਾ ਕੇ ਗੱਲਾਂ ਕਰ ਰਹੀ ਸੀ। ਵੇਖੋ ਨਾ, ਮਾਂ ਪਿਓ ਦੇ ਹਿੱਸੇ ਦੀ ਜਾਇਦਾਦ ਵੀ ਤਾਂ ਫਿਰ ਇਹੋ ਖਾਂਦਾ ਸੀ। ਤੂੰ ਚੁੱਪ ਵੀ ਕਰ, ਵੱਡੀ ਵਕੀਲਣੀ ਆ ਗਈ। ਕੁੱਦੂ ਚਮਕ ਕੇ ਪੈ ਗਿਆ। ਉਹਦੀਆਂ ਨਾਸਾਂ ਫਰਕ ਰਹੀਆਂ ਸਨ। ਇੰਨੀ ਠੰਡ ਵਿੱਚ ਵੀ ਉਹਦਾ ਮੱਥਾ ਭਖ ਰਿਹਾ ਸੀ। ਲੈ ਮੈਂ ਨਹੀਂ ਬਹਿੰਦੀ। ਵੇਖੇ ਨਾ, ਇਹਨੂੰ ਤਾਂ ਮੈਂ ਜ਼ਹਿਰ ਲੱਗਦੀ ਆ ਨਿਰੀ। ਵੇਖੇ ਨਾ, ਲੈ ਮੈਂ ਨਹੀਂ ਬਹਿੰਦੀ। ਬਚਨੋਂ ਹੱਥ ਮਾਰਦੀ ਗੁੱਸੇ ਵਿੱਚ ਉਬਲਦੀ ਤੁਰ ਗਈ। ਤਣਾਅ ਵਾਲਾ ਮਾਹੌਲ ਬਣ ਜਾਣ ਕਰਕੇ ਕਰਮ ਸਿੰਘ ਨੇ ਗੱਲ ਟਾਲਣੀ ਚਾਹੀ ਕਿ ਬਚਨੋਂ ਮੂੰਹ ਪੁਆ ਕੇ ਫਿਰ ਬੋਲ ਪਈ। ਵੇਖੇ ਨਾ, ਮੇਰਾ ਹਿੱਸਾ ਵੀ ਆ ਜ਼ਮੀਨ 'ਚ। ਤੂੰ ਬਹੁਤਾ ਆਇਆ। ਵਕੀਲਣੀ ਦਾ ਵਕੀਲਣੀ ਸਹੀ। ਚਲੋ ਛੱਡੋ, ਬਾਕੀ ਗੱਲਾਂ ਫਿਰ ਕਰ ਲਾਂਗੇ। ਸ਼ਾਂਤ ਹੋਵੋ। ਤੇ ਕਰਮ ਸਿੰਘ ਐਤਕੀ ਸਿੱਧਾ ਕੁੱਦੂ ਨੂੰ ਸੰਬੋਧਨ ਹੋਇਆ। ਭਾਜੀ ਕੋਲ ਟਾਈਮ ਨਹੀਂ। ਬੁੱਢੜੀ ਦੇ ਫੁੱਲ ਦੱਸ, ਤੂੰ ਗੰਗਾ ਲੈ ਕੇ ਜਾਣੇ ਜਾਂ ਮੈਂ? 2 ਮਿੰਟ। ਕੁੱਦੂ ਚੁੱਪ ਕਰਕੇ ਬੈਠਾ ਰਿਹਾ। ਉਹਦੇ ਅੰਦਰ ਅਨੇਕਾਂ ਵਿਚਾਰ ਇੱਕ ਦੂਸਰੇ ਨੂੰ ਲਿਤਾੜਦੇ ਹੋਏ ਕੱਟ ਵੱਢ ਕੇ ਭੱਜੇ ਜਾ ਰਹੇ ਸਨ। ਪਲ ਭਰ ਲਈ ਬਾਹਰਲੀ ਧੁੰਦ ਜਿਵੇਂ ਉਹਦੇ ਅੰਦਰ ਪਸਰ ਗਈ ਸੀ। ਉਹ ਸੁੰਨ ਹੋਇਆ ਗੁੰਮਸੁੰਮ ਬੈਠਾ ਰਿਹਾ ਤੇ ਫਿਰ ਜਿਵੇਂ ਉਹਦਾ ਦੁੱਖ ਦਾ ਅੰਦਰ ਮੱਚ ਪਿਆ ਹੋਵੇ, ਉਹ ਇੱਕਦਮ ਉੱਠ ਕੇ ਖੜੋ ਗਿਆ। ਵੇਖੋ ਜੀ, ਤੁਹਾਡੇ ਤੋਂ ਕੋਈ ਗੁੱਝੀ ਛਿਪੀ ਗੱਲ ਨਹੀਂ। ਆਪਾਂ ਆ ਮਰੜੇ ਆਪਣੇ ਤੋਂ ਤਾਂ ਅਜੇ ਨਹੀਂ ਜੇ ਗੰਗਾ ਗੁੰਗਾ ਪੁੱਗਦੀਆਂ। ਉਹ ਪਲ ਭਰ ਲਈ ਰੁਕਿਆ, ਸੰਗ 'ਚ ਰੁਕਿਆ, ਥੁੱਕ ਝਟਕ ਕੇ ਬੋਲਿਆ। ਜੇ ਬਹੁਤੀ ਗੱਲ ਹੈ ਤਾਂ ਬੁੱਢੜੀ ਦੇ ਫੁੱਲ ਤੁਸੀਂ ਗੰਗਾ ਪਾਓ ਤੇ ਇਹ ਬੁੱਢੜਾ ਬੈਠਾ ਤੁਹਾਡੇ ਸਾਹਮਣੇ ਜਿਉਂਦਾ ਜਾਗਦਾ। ਉਸ ਬਿਸ਼ਨ ਸਿੰਘ ਵੱਲ ਇਸ਼ਾਰਾ ਕੀਤਾ। ਇਹਦੇ ਮੈਂ ਕੱਲਾ ਹੀ ਗੰਗਾ ਪਾ ਆਊਂ। ਤਿੰਨੇ ਪਿਓ ਪੁੱਤ ਹੈਰਾਨ ਹੋਏ ਉਸ ਦੇ ਮੂੰਹ ਵੱਲ ਵੇਖ ਰਹੇ ਸਨ, ਪਰ ਉਹ ਰੁਕਿਆ ਨਹੀਂ। ਸੱਚੀ ਗੱਲ ਆ, ਅਜੇ ਆਪਣੀ ਪੁੱਜਤ ਨਹੀਂ। ਤੇ ਜੇ ਇਹ ਸੌਦਾ ਵੀ ਨਹੀਂ ਮਨਜ਼ੂਰ ਤਾਂ ਸਰਦਾਰ ਜੀ, ਉਹ ਕਿੱਲੀ ਤੇ ਮੇਰੇ ਤੀਜੇ ਹਿੱਸੇ ਦੇ ਫੁੱਲ ਲਿਆ ਕੇ ਟੰਗ ਦਿਓ। ਜਦੋਂ ਮੇਰੀ ਪਹੁੰਚ ਪਈ ਮੈਂ ਆਪੇ ਪਾਊਂ। ਤੇ ਉਹ ਉਹਨਾਂ ਦੇ ਵੇਂਦਿਆਂ ਵੇਂਦਿਆਂ ਮੂੰਹ ਘੁੱਟ ਕੇ ਅੰਦਰ ਤੁਰ ਗਿਆ।